ਕ੍ਰੈਡਿਟ ਇਕੁਏਸ਼ਨ ਐਂਡ ਕ੍ਰੈਡਿਟ ਮਲਟੀਪਲਾਇਰ ਕਿ ਕ੍ਰੈਡਿਟ ਇਕੁਏਸ਼ਨ ਕਿਸ ਤਰ੍ਹਾਂ ਬਣਦੀ ਹੈ, ਕ੍ਰੈਡਿਟ ਮਲਟੀਪਲਾਇਰ ਨੂੰ ਅਸੀਂ ਕਿਸ ਤਰ੍ਹਾਂ ਦੱਸ ਸਕਦੇ ਹਾਂ ਕਿ ਕਿਸ ਤਰ੍ਹਾਂ ਇਹ 1000 ਰੁਪਏ ਦਾ ਜੋ ਵਾਧਾ ਹੋਇਆ ਸੀ ਵੱਧ ਕੇ 10,000 ਟੋਟਲ ਡਿਪੋਜ਼ਿਟ ਵਿੱਚ ਪਰਿਵਰਤਿਤ ਹੋ ਜਾਏਗਾ, ਜਿਹਦੇ ਵਿੱਚ 9,000 ਦਾ ਲੋਨ ਤੇ 1000 ਦੀ ਕੈਸ਼ ਰਿਜ਼ਰਵ ਰੇਸ਼ੋ। ਟੋਟਲ ਡਿਪੋਜ਼ਿਟ ਅਸੀਂ ਜਾਣਦੇ ਹਾਂ ਕਿ ਪ੍ਰਾਇਮਰੀ ਡਿਪੋਜ਼ਿਟ ਪਲੱਸ ਸੈਕੰਡਰੀ ਡਿਪੋਜ਼ਿਟ। ਸੋ ਪ੍ਰਾਇਮਰੀ ਡਿਪੋਜ਼ਿਟ 1000 ਦਾ, ਇਹ ਜੋ ਕਿ ਸ਼ੁਰੂਆਤ ਦਾ ਸੀ, 9,000 ਦੀ ਸੈਕੰਡਰੀ, 1000 ਪਲੱਸ 9,000 10,000। ਨੋ ਕ੍ਰੈਡਿਟ ਇਕੁਏਸ਼ਨ ਐਂਡ ਕ੍ਰੈਡਿਟ ਮਲਟੀਪਲਾਇਰ ਅਸੀਂ ਜਾਣਦੇ ਹਾਂ ਕਿ ਕੈਸ਼ ਰਿਜ਼ਰਵ ਰੇਸ਼ੋ, ਜਿਸ ਤਰ੍ਹਾਂ ਕਿ ਅਸੀਂ ਪ੍ਰਾਇਮਰੀ ਡਿਪੋਜ਼ਿਟ ਜਾਂ ਟੋਟਲ ਕੈਸ਼ ਜਿੰਨਾ ਰੱਖਣਾ ਹੈ ਡਿਵਾਈਡਡ ਬਾਈ ਟੋਟਲ ਡਿਪੋਜ਼ਿਟ। ਸੋ ਜਿੰਨਾ, ਕਿਉਂਕਿ ਕੈਸ਼ ਪ੍ਰਾਇਮਰੀ ਡਿਪੋਜ਼ਿਟ ਹੀ ਕੈਸ਼ ਦੇ ਰੂਪ ਵਿੱਚ ਆਏਗਾ, ਸੋ ਇਸ ਕਰਕੇ ਇਹਨੂੰ P/D ਲਿਖਤਾ ਗਿਆ ਹੈ। ਅੱਗੇ ਹੈ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਸੀ ਕਿ ਦਿਸ ਇਜ਼ ਕੈਸ਼ ਰਿਜ਼ਰਵ ਰੇਸ਼ੋ P/D। ਸੋ we can also write this delta P/delta D. So this delta D upon delta P is nothing but value of multiplier as we have already seen. So फिर वही गल बन जाएगी कि प्राइमरी डिपॉजिट ਵਿੱਚ ਜਿੰਨਾ ਵਾਧਾ ਹੋਇਆ ਹੈ टोटल डिपॉजिट ਵਿੱਚ ਵਾਧਾ ਉਸਦੇ 1/r ਗੁਣਾ ਹੋਏਗਾ। This is 1/r is multiplier. So this is how we can show it in this equation. Next we can understand the process of credit creation in mathematical form as well। ਕਿ ਜੋ ਅਸੀਂ ਦੇਖਿਆ ਸੀ ਕਿ ਇੱਕ 10 ਗੁਣਾ ਵਾਧਾ ਜੋ ਹੋਇਆ ਹੈ ਟੋਟਲ ਡਿਪੋਜ਼ਿਟ ਦੇ ਵਿੱਚ, ਤਾਂ ਉਸਨੂੰ ਅਸੀਂ ਕਿਸ ਤਰ੍ਹਾਂ ਪੜ੍ਹ ਸਕਦੇ ਹਾਂ, ਦੇਖ ਸਕਦੇ ਹਾਂ। ਤਾਂ ਇੱਥੇ ਇੱਕ ਇਕੁਏਸ਼ਨ ਦੇ ਰੂਪ ਵਿੱਚ, ਇੱਕ ਸਮੀਕਰਨ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਕਿ ਟੋਟਲ ਇਨਕਰੀਜ਼ ਇਨ ਬੈਂਕ ਡਿਪੋਜ਼ਿਟ, ਪ੍ਰਾਇਮਰੀ ਡਿਪੋਜ਼ਿਟ ਇਨ ਦਾ ਫਸਟ ਰਾਊਂਡ plus secondary deposit in the second round, secondary deposit in the third round, secondary deposit in the nth round। जिस तरह कहते हैं ਹੁਣ nth round लिखा गया है, ये नोट करना है। सो जो आप ਇੱਥੇ ਦੇਖ ਰਹੇ ਹਾਂ, ਫਿਰ ਦੇਖਿਆ ਜਾਏ ਕਿ ਵਾਧਾ ਕਿਸ ਤਰ੍ਹਾਂ ਹੋਇਆ ਹੈ। ਪ੍ਰਾਇਮਰੀ ਡਿਪੋਜ਼ਿਟ ਵਿੱਚ ਪਹਿਲਾਂ ਫਸਟ ਰਾਊਂਡ ਵਿੱਚ ਇਹ 1000 ਦਾ, ਫਿਰ ਦੂਸਰੇ ਰਾਊਂਡ ਵਿੱਚ ਇਹ 900 ਦਾ, ਇਹ ਆ ਸੈਕੰਡਰੀ ਡਿਪੋਜ਼ਿਟ। ਦੈਨ ਇਨ ਥਰਡ ਰਾਊਂਡ ਟੋਟਲ ਡਿਪੋਜ਼ਿਟ ਇਨਕਰੀਜ਼ ਟੂ 810, ਦੈਨ 790, ਦੈਨ ਲਾਈਕ ਦਿਸ। ਹੁਣ ਇਸ ਨੂੰ ਕਿਸ ਤਰ੍ਹਾਂ ਸਮਝਿਆ ਜਾਏਗਾ ਕਿ ਵਾਧਾ ਕਿੰਨਾ ਹੋਇਆ ਹੈ। ਯੂ ਕੈਨ ਸੀ ਹੇਅਰ ਡੈਲਟਾ ਡੀ ਸਟੈਂਡਸ ਫॉर ਦਾ ਟੋਟਲ ਇਨਕਰੀਜ਼ ਇਨ ਟੋਟਲ ਬੈਂਕ ਡਿਪੋਜ਼ਿਟ। ਡੈਲਟਾ D1 ਕਿ ਫਸਟ ਰਾਊਂਡ ਵਿੱਚ ਕਿੰਨਾ ਵਾਧਾ ਹੋਇਆ ਹੈ, ਉਹ ਇਹੀ ਹੈ ਡੈਲਟਾ P, ਯਾਨੀ ਕਿ 1000 ਰੁਪਇਆ। ਸੋ ਇਹ 1000। ਇਨ ਦਾ ਸੈਕੰਡ ਰਾਊਂਡ ਦਿਸ ਇਜ਼ ਦਾ ਚੇਂਜ ਇਨ ਡਿਪੋਜ਼ਿਟ ਇਨ ਦਾ ਸੈਕੰਡਰੀ ਡਿਪੋਜ਼ਿਟ ਇਨ ਦਾ ਸੈਕੰਡ ਰਾਊਂਡ। ਤਾਂ ਉਹ ਕਿੰਨਾ ਵਾਧਾ ਹੋਇਆ ਹੈ, ਜਿਸ ਤਰ੍ਹਾਂ ਜਿਸ ਨੂੰ ਡੈਲਟਾ D2 ਕਿਹਾ ਗਿਆ ਹੈ। ਇਹ ਵਾਧਾ ਕਿੰਨਾ ਹੈ, ਡੈਲਟਾ P1 - R। ਇਹ ਕੀ ਹੈ, ਇਹਨੂੰ ਕਿੱਦਾਂ ਸਮਝਿਆ ਜਾਏ ਕਿ ਜੋ ਇਹ ਵਾਧਾ ਹੋਇਆ ਹੈ ਉਹ ਕਿੰਨਾ ਹੈ। ਸੈਕੰਡ ਰਾਊਂਡ ਦੇ ਵਿੱਚ ਅਸੀਂ ਜਾਣਦੇ ਹਾਂ ਡੈਲਟਾ P ਕਿੰਨਾ ਸੀ, 1000 ਤੇ 1 - ਸੋ ਵਾਟ ਇਜ਼ R, 1/10। ਸੋ ਜੋ 900 ਰੁਪਏ ਦਾ ਵਾਧਾ ਹੈ ਉਹ ਆ ਹੈ। ਇਹਨੂੰ ਅਸੀਂ ਸਭ ਹੱਲ ਕਰਾਂਗੇ ਤਾਂ ਬਣੇਗਾ 10 ਇੱਧਰ, 10 - 1/10, ਦਿਸ ਇਜ਼ 9/10। ਸੋ ਜੇ ਅਸੀਂ ਦੇਖੀਏ 1000 ਗੁਣਾ 9/10, ਤਾਂ ਇਹ ਕੈਂਸਲ ਹੋ ਜਾਏਗਾ, ਕਿੰਨਾ ਬਣ ਜਾਏਗਾ 900। ਸੋ ਸੈਕੰਡਰੀ ਡਿਪੋਜ਼ਿਟ ਜੋ ਵਧਿਆ ਹੈ ਸੈਕੰਡ ਰਾਊਂਡ ਵਿੱਚ, ਉਹ ਹੈ ਡੈਲਟਾ P1 - R। here see 900. So we can write 900 like this, 9/10 into 1000. So first 1000 primary deposit, second round secondary deposit, 9/10 into 1000. Now let us see how much change has taken place in the third round। कि तीसरे राउंड ਵਿੱਚ ਕਿੰਨਾ secondary deposit in third round ਕਿਸ ਤਰ੍ਹਾਂ ਵਧਿਆ ਹੈ, delta P into 1 - R square। ਹੁਣ ਜੋ ਇਹ 810 ਰੁਪਏ ਦਾ ਵਾਧਾ ਹੈ, ਇੱਧਰ ਦੇਖੋ। ਸੋ ਇਹ ਕੀ ਵਾਧਾ ਜਾਂ ਇਹ ਵਾਧਾ ਕਿਸ ਤਰ੍ਹਾਂ ਪਤਾ ਕੀਤਾ ਜਾ ਸਕਦਾ ਹੈ। ਇਹ 810 ਕੀ ਹੈ, ਇੱਧਰ ਦੇਖੋ ਧਿਆਨ ਨਾਲ ਅਸੀਂ ਇਸ ਨੂੰ ਸਮਝ ਸਕਦੇ ਹਾਂ। ਇਹ ਹੈ 1000 into ਅਗਲੀ ਵਾਰ ਕਿੰਨਾ ਵਾਧਾ ਹੋਇਆ, 1 - ਇਹਦਾ ਸਕੇਅਰ, ਯਾਨੀ ਕਿ ਇਹਦਾ ਸਕੇਅਰ। ਤਾਂ ਇਹ ਕੀ ਬਣੇਗਾ, this is and this is, ਜਾਂ ਇਸ ਨੂੰ ਇਸ ਤਰ੍ਹਾਂ ਸਮਝ ਲਈਏ ਤਾਂ ਇਹ ਬਣ ਜਾਏਗਾ 810। ਸੋ ਇਹ ਜੋ 810 ਹੈ, ਇਸ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ ਡੈਲਟਾ P1 - R ਸਕੇਅਰ, ਤੇ ਥਰਡ ਰਾਊਂਡ ਦੇ ਵਿੱਚ 1 - R ਦੀ ਪਾਵਰ 3 ਹੋ ਜਾਏਗੀ। ਸੋ ਇਹ ਇਸ ਤਰ੍ਹਾਂ ਲਗਾਤਾਰ ਵੱਧਦਾ ਜਾਏਗਾ, ਕਦ ਤੱਕ, ਅਪ ਟੂ
nth ਰਾਉਂਡ, ਜਦ ਕਿ ਅੱਗੇ ਹੋਰ ਕੋਈ ਵਾਧਾ ਨਹੀਂ ਹੋ ਰਿਹਾ। ਸੋ ਇਹਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ। ਹੁਣ ਇਹ ਵਾਧਾ ਕਿਸ ਤਰ੍ਹਾਂ ਹੋ ਰਿਹਾ ਹੈ? ਇਹ ਜੋ ਵਾਧਾ ਲਗਾਤਾਰ ਹੋ ਰਿਹਾ ਇਸ ਦੇ ਵਿੱਚੋਂ ਅਸੀਂ 1000 ਇਸ ਤਰ੍ਹਾਂ ਬਾਹਰ ਲੈ ਜਾਈਏ ਤਾਂ ਇਹ ਇਕੁਏਸ਼ਨ ਬਣ ਜਾਏਗੀ 1 + 9/10 + 9/10 ਸਕੁਅਰ + 9/10। ਸੋ ਜੇ 9/10 ਹੈ, ਹੋਰ ਕੁਛ ਨਹੀਂ ਹੈ, 1 - r। 9/10 ਜਿੱਥੇ ਆਪਾਂ ਲਿਖਿਆ 1 - 1/10 ਮੀਨਸ 1 - r। ਸੋ ਇਹ ਵਾਧਾ ਲਗਾਤਾਰ ਹੁੰਦਾ ਜਾਏਗਾ ਅਪ ਟੂ ਇਨਫਿਨਿਟੀ, ਕਿ ਜੇ ਬਹੁਤ ਲੰਬੀ ਟਰਮ ਬਣਦੀ ਜਾਏਗੀ ਤਾਂ ਇਹ ਇਸ ਤਰ੍ਹਾਂ, ਇਸ ਨੂੰ ਅਸੀਂ ਮੈਥੇਮੈਟਿਕਸ ਵਿੱਚ ਜਿਓਮੈਟ੍ਰਿਕ ਪ੍ਰੋਗਰੈਸ਼ਨ ਕਹਿੰਦੇ ਹਾਂ। ਸੋ ਇਹ ਕੁਛ ਇਸ ਤਰ੍ਹਾਂ ਦੀ ਫਾਰਮ ਦੀ ਹੁੰਦੀ ਹੈ ਜੋ ਮੈਥੇਮੈਟਿਕਸ ਦੇ ਸਟੂਡੈਂਟ ਜਾਣਦੇ ਹਨ ਕਿ ਇੱਕ ਜੇ ਜਿਓਮੈਟ੍ਰਿਕ ਪ੍ਰੋਗਰੈਸ਼ਨ ਹੈ, ਸਾਡੇ ਕੋਲ GP ਸੀਰੀਜ਼ ਹੈ, ਕੋਈ ਜਿਓਮੈਟ੍ਰਿਕ ਪ੍ਰੋਗਰੈਸ਼ਨ ਸੀਰੀਜ਼ ਹੈ ਜਿਸ ਤਰ੍ਹਾਂ ਦੇ ਵਿੱਚ, ਜਿਹਦੇ ਵਿੱਚ ਵੈਲਿਊ ਇਸ ਤਰ੍ਹਾਂ ਵਧ ਰਹੀ ਹੈ 1 + r। ਇੱਥੇ ਕਾਮਨ ਰੇਸ਼ੋ ਹੈ, ਇਹ r, ਇਹ ਵਾਲਾ r ਨਹੀਂ ਹੈ, ਇਹ ਸਾਡਾ ਕ੍ਰੈਡਿਟ ਮਲਟੀਪਲਾਇਰ। ਇੱਥੇ ਜੋ ਕਾਮਨ ਰੇਸ਼ੋ ਹੈ 1 - r ਹੈ, 9/10। ਸੋ ਜੇ ਇਸ ਤਰ੍ਹਾਂ ਲਗਾਤਾਰ ਵੱਧਦੀ ਜਾਏਗੀ ਅਪ ਟੂ ਇਨਫਿਨਿਟੀ ਤਾਂ ਇਸ ਦਾ ਜੋ ਸਮੇਸ਼ਨ ਹੈ ਤਾਂ ਉਹ ਹੈ a 1 - r, ਯਾਨੀ ਕਿ ਫਸਟ ਆਈਟਮ ਇੱਥੇ 1/1 - common ratio, here common ratio is 9/10. So we get this 1/1 - 9/10, and we solve it, we get 1000 divided by multiplied by 1/1 - 1/10, 1/1/10, ਜੋ ਕਿ ਆਪਾਂ ਪਹਿਲਾਂ ਵੀ ਦੇਖਿਆ ਸੀ। ਸੋ ਸਾਡਾ ਕ੍ਰੈਡਿਟ ਮਲਟੀਪਲਾਇਰ ਜੋ ਹੈ, ਜੇ ਅਸੀਂ ਇੱਥੇ ਵੀ ਲਗਾਉਣਾ ਚਾਹੀਏ, ਇੱਥੇ ਸੀ, ਜੇ ਅਸੀਂ ਇਹੀ ਫਾਰਮੂਲਾ ਇੱਥੇ ਲਗਾਉਣਾ ਚਾਹੀਏ ਅਪ ਟੂ ਇਨਫਿਨਿਟੀ, ਇਹ ਲਗਾਤਾਰ ਵੱਧਦਾ ਜਾਏਗਾ, ਤਾਂ ਜੋ ਸਾਡਾ ਫਾਰਮੂਲਾ ਹੈ ਅਸੀਂ ਇੱਥੇ ਕਰਕੇ ਦੇਖ ਸਕਦੇ ਹਾਂ, ਆ ਬਣ ਜਾਏਗਾ ΔD, ਜਿਸ ਤਰ੍ਹਾਂ ਕਿ ਇੱਥੇ 1, ਸੋ ਫਸਟ ਆਈਟਮ ਜਿਸ ਤਰ੍ਹਾਂ ਇੱਥੇ ਆਪਾਂ ਲਈ ਹੈ, ਆ ਲਗਾਤਾਰ ਵੱਧ ਰਿਹਾ ਹੈ 1 - r। ਸੋ ΔP ਅਸੀਂ ਬਾਹਰ ਲੈ ਗਏ ਹਾਂ ਤਾਂ ਇਹ ਬਣੇਗਾ 1/1 - 1 - r ਇੱਥੇ ਇਸ ਐਗਜ਼ਾਮਪਲ ਦੇ ਵਿੱਚ, ਤਾਂ ਇਹ ਬਣ ਜਾਏਗਾ ਇਹ 1 ਤੇ 1। ਸੋ ਸਾਡਾ ਫਾਰਮੂਲਾ ਫਿਰ ਉਹੀ ਬਣ ਜਾਏਗਾ, ਯੂ ਕੈਨ ਸੀ ਹੇਅਰ। ਸੋ ਜੇ ਤੁਸੀਂ ਇਹ ਕਰਨਾ ਚਾਹੁੰਦੇ ਹੋ ਮੈਥੇਮੈਟੀਕਲੀ, ਇਸ ਨੂੰ ਥੋੜਾ ਐਕਸਪਲੇਨ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਇਸ ਤੇ, ਜਿਹਨਾਂ ਬੱਚਿਆਂ ਨੂੰ ਮੈਥੇਮੈਟਿਕਸ ਦੇ ਵਿੱਚ ਪ੍ਰੋਬਲਮ ਹੈ, you can just write it like this up to infinity, then just give this formula. So what we get actually, this is primary deposit into 1/r, this is 1/1/10 is r. So this is how the total deposit will increase due to the process of credit creation according to credit multiplier. So ਇਹ ਹੈ ਸਿੰਗਲ ਬੈਂਕਿੰਗ ਸਿਸਟਮ, ਜਿਹਦੇ ਵਿੱਚ ਅਸੀਂ ਮੈਥੇਮੈਟੀਕਲੀ ਇੱਕ ਇਕੁਏਸ਼ਨ ਦੇ ਦੁਆਰਾ ਜਾਂ ਅਸੀਂ ਕ੍ਰੈਡਿਟ ਮਲਟੀਪਲਾਇਰ ਦਾ ਬੇਸ ਜੋ ਹੈ ਪਹਿਲਾਂ ਇੱਕ ਟੇਬਲ ਦੇ ਵਿੱਚ ਸਮਝਾਇਆ ਹੈ, ਉਹ ਵੀ ਦੇਖ ਸਕਦੇ ਹੋ। ਉਸ ਟੇਬਲ ਦੀ ਹੀ ਐਕਸਪਲੇਨੇਸ਼ਨ ਹੈ in form of equation and this geometric progression. Now next we will see the credit creation by multiple banking system. ਹੁਣ ਇਸ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ ਇਸ ਐਗਜ਼ਾਮਪਲ ਜਾਂ ਪਿਛਲੀ ਐਗਜ਼ਾਮਪਲ ਦੇ ਵਿੱਚ, ਕਿ ਸਿਰਫ ਇੰਨਾ ਹੀ ਫਰਕ ਹੈ ਕਿ ਪਿਛਲੀ ਐਗਜ਼ਾਮਪਲ ਵਿੱਚ ਆਪਾਂ ਇਹ ਦੇਖਿਆ ਸੀ ਕਿ ਇੱਕ ਹੀ ਬੈਂਕ ਹੈ, ਹੋਰ ਕੋਈ ਬੈਂਕ ਨਹੀਂ ਹੈ। ਹੁਣ ਇੱਥੇ ਫਰਕ ਸਿਰਫ ਇੰਨਾ ਹੈ ਕਿ ਬੈਂਕਾਂ ਕਈ ਹਨ, ਕਿ ਹਰ ਵਿਅਕਤੀ ਦਾ ਜੋ ਅਕਾਊਂਟ ਹੈ ਉਹ ਇੱਕੋ ਬੈਂਕ ਵਿੱਚ ਨਹੀਂ ਹੈ, ਕਿਸੇ ਦੂਸਰੀ ਬੈਂਕ ਵਿੱਚ ਵੀ ਹੋ ਸਕਦਾ ਹੈ। ਜਦੋਂ ਇਸ ਤਰ੍ਹਾਂ ਦੀ ਬਹੁ ਬੈਂਕਿੰਗ ਪ੍ਰਣਾਲੀ ਹੈ ਤਾਂ ਅਸੀਂ ਕ੍ਰੈਡਿਟ ਮਲਟੀਪਲਾਇਰ ਦੇ ਬੇਸ ਤੇ ਕ੍ਰੈਡਿਟ ਕ੍ਰੀਏਸ਼ਨ ਨੂੰ ਕਿਸ ਤਰ੍ਹਾਂ ਸਮਝ ਸਕਦੇ ਹਾਂ, ਕਿ ਜਿਸ ਤਰ੍ਹਾਂ ਲਿਖਿਆ ਗਿਆ ਹੈ, ਸਪੋਜ਼ ਦੇਰ ਆਰ ਮੈਨੀ ਬੈਂਕਸ ਇਨ ਐਨ ਇਕੋਨਮੀ, ਏ ਪਰਸਨ ਡਿਪੋਜ਼ਿਟ ਵਿਦ ਬੈਂਕ ਏ ਸਮ ਆਫ ₹100,000 in cash. The bank knows by virtue of its experience that all depositors do not withdraw all their money at one time. ਕਿ ਹਰ ਬੈਂਕ ਨੂੰ ਪਤਾ ਹੈ ਕਿ ਉਸਦੇ ਜੋ ਗ੍ਰਾਹਕ ਹਨ ਇੱਕੋ ਦਿਨ ਪੈਸਾ ਕਢਾਉਣ ਨਹੀਂ ਆਉਣਗੇ, ਇਸ ਕਰਕੇ ਬੈਂਕ ਦੇ ਕੋਲ ਕੁਛ ਨਾ ਕੁਛ ਪੈਸਾ ਜਿਹੜਾ ਹੈ ਉਹ ਬਚਿਆ ਰਹੇਗਾ। ਸਪੋਜ਼ ਦਾ ਬੈਂਕ ਕੀਪਸ 10%, ਉਹੀ ਐਗਜ਼ਾਮਪਲ ਹੈ ਕਿ ਬੈਂਕ ਜੋ ਹੈ 10% ਆਪਣੇ ਕੋਲ ਟੋਟਲ ਡਿਪੋਜ਼ਿਟ ਦਾ ਕੈਸ਼ ਰਿਜ਼ਰਵ ਦੇ ਵਿੱਚ ਰੱਖਦੀ ਹੈ, ਰਿਕੁਆਇਰਡ ਰਿਜ਼ਰਵ ਰੱਖਦੀ ਹੈ, and gives the rest amount on loan, कि जो बाकी बचा है उसका वो लोन दे देगी। In this example, bank A keeps 100 as cash reserve and gives 900 as loan to Mr. M, कि उसने किसी M व्यक्ति ਨੂੰ ਲੋਨ ਦਿੱਤਾ ਹੈ ਤੇ ਉਸਨੂੰ ਇੱਕ ਚੈੱਕ ਬੁੱਕ ਇਸ਼ੂ ਕਰਤੀ ਹੈ ਕਿ ਉਹ 900 ਰੁਪਏ ਦਾ ਚੈੱਕ ਕੱਟ ਕੇ ਕਿਸੇ ਦੂਸਰੇ ਵਿਅਕਤੀ ਦੇ ਨਾਂ ਤੇ ਦੇ ਸਕਦਾ ਹੈ, ਯਾਨੀ ਕਿ ਚੈੱਕ ਦੇ ਥਰੂ 900 ਤੱਕ ਦੀ ਪੇਮੈਂਟ ਕਰ ਸਕਦਾ ਹੈ ਕਿਸੇ ਦੂਸਰੇ ਵਿਅਕਤੀ ਨੂੰ, who has account in bank B। ਕਿ ਇੱਕ ਵਿਅਕਤੀ ਜੋ ਹੈ ਐਮ, ਜਿਸ ਦੇ ਨਾਂ ਦੇ ਉੱਤੇ ਇੱਕ ਅਕਾਊਂਟ ਖੋਲ੍ਹਤਾ ਗਿਆ ਹੈ ਇਹ ਬੈਂਕ ਦੁਆਰਾ, ਜਿਸਨੇ ਕਿ ਉਹ 900 ਰੁਪਏ ਦਾ ਲੋਨ ਲਿਆ ਹੈ, ਤਾਂ ਉਹ ਕਿਸੇ ਦੂਸਰੇ ਵਿਅਕਤੀ ਨੂੰ ਪੇਮੈਂਟ ਕਰ ਦਿੰਦਾ ਹੈ। ਪਰ ਹੁਣ ਦੂਸਰੇ ਵਿਅਕਤੀ ਦਾ ਜੋ ਅਕਾਊਂਟ ਹੈ ਉਹ
ਕਿਸੇ ਦੂਸਰੀ ਬੈਂਕ ਵਿੱਚ ਹੈ, ਕਿਸੇ ਹੋਰ ਬੈਂਕ ਵਿੱਚ ਹੈ, ਤਾਂ ਉਹ ਚੈੱਕ ਲੈ ਕੇ ਇਹ ਬੈਂਕ ਕੋਲ ਵਾਪਸ ਨਹੀਂ ਜਾਏਗਾ, ਬਲਕਿ ਉਸ ਬੈਂਕ ਕੋਲ ਜਾਏਗਾ ਜਿੱਥੇ ਉਸਦਾ ਆਪਣਾ ਅਕਾਊਂਟ ਹੈ। That person deposit this check of rupees 900 in bank, the second bank in bank B. Now bank B keep 10% of 900, that is 99 rupees 90 as cash reserve and give remaining 810 as loan to another person who has account in another bank. So ਇਸ ਤਰ੍ਹਾਂ ਇਹ ਐਗਜ਼ਾਮਪਲ ਉਹੀ ਹੈ, ਪਰ ਇੱਥੇ ਸਿਰਫ ਬੈਂਕ ਨਵੀਂ ਆਉਂਦੀ ਜਾਏਗੀ, ਬੈਂਕ ਜਿਹੜੀ ਆ ਉਹ ਚੇਂਜ ਹੁੰਦੀ ਜਾਏਗੀ। ਸੋ ਇੱਥੇ ਵੀ ਜੋ ਐਗਜ਼ਾਮਪਲ ਲਈ ਗਈ ਹੈ, ਇੱਥੇ ਬੈਂਕ ਇਸ ਤਰ੍ਹਾਂ ABCDE ਤੱਕ ਲਿਖਤਾ ਗਿਆ ਹੈ। ਸਾਨੂੰ ਇਸ ਐਗਜ਼ਾਮਪਲ ਨੂੰ ਵੀ, ਨਿਊਮੈਰੀਕਲ ਐਗਜ਼ਾਮਪਲ ਨੂੰ ਵੀ ਥੋੜ੍ਹਾ ਚੇਂਜ ਕਰਨਾ ਪਏਗਾ। ਅਸੀਂ ਇੱਥੇ ਇੰਨਾ ਕੁ ਪਰਿਵਰਤਨ ਕਰਾਂਗੇ ਮਲਟੀਪਲ ਬੈਂਕਿੰਗ ਦੇ ਵਿੱਚ ਕਿ ਜਿਸ ਤਰ੍ਹਾਂ ਕਿ ਅਸੀਂ ਇਹ ਦੇਖਿਆ ਸੀ ਕਿ ਕੋਈ ਵਿਅਕਤੀ ਕਿਸੇ ਬੈਂਕ ਦੇ ਵਿੱਚ, ਪਹਿਲੀ ਬੈਂਕ ਹੈ, ਉਹਦੇ ਵਿੱਚ 1000 ਰੁਪਇਆ ਜਮ੍ਹਾਂ ਕਰਾ ਜਾਂਦਾ ਹੈ, ਤਾਂ ਇਹ ਬੈਂਕ ਕਿਸੇ ਦੂਸਰੇ ਵਿਅਕਤੀ, ਕਿਸੇ ਜਿਸ ਤਰ੍ਹਾਂ ਕਿ M ਪਰਸਨ ਕਿਹਾ ਗਿਆ ਹੈ, ਉਸ ਨੂੰ 10% ਰਿਜ਼ਰਵ ਵਿੱਚ ਰੱਖ ਕੇ 900 ਰੁਪਏ ਦਾ ਹੈ ਇੱਕ ਲੋਨ ਦੇ ਦਿੰਦੀ ਹੈ, ਉਸਦੇ ਨਾਂ 'ਤੇ ਇੱਕ ਅਕਾਊਂਟ ਖੋਲ੍ਹਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਤੁਸੀਂ ਚੈੱਕ ਦੇ ਨਾਲ ਹੀ ਪੇਮੈਂਟ ਕਰਨੀ ਹੈ। ਸੋ ਉਹ ਵਿਅਕਤੀ 900 ਰੁਪਏ ਦਾ ਚੈੱਕ ਕੱਟ ਕੇ ਕਿਸੇ ਦੂਸਰੇ ਵਿਅਕਤੀ ਨੂੰ ਦੇ ਦਿੰਦਾ ਹੈ ਜਿਸ ਨੂੰ ਉਸਨੇ ਪੇਮੈਂਟ ਕਰਨੀ ਹੈ, ਪਰ ਉਸਦਾ ਜੋ ਅਕਾਊਂਟ ਹੈ ਉਹ ਸੈਕਿੰਡ ਬੈਂਕ ਵਿੱਚ ਹੈ। ਜਾਣੀ ਕਿ ਇੱਥੇ ਜੇ M ਵਿਅਕਤੀ ਨੇ 900 ਰੁਪਏ ਦਾ ਲੋਨ ਲਿਆ ਸੀ, ਤਾਂ ਉਹਨੇ ਕਿਸੇ ਦੂਸਰੇ ਹੋਰ ਵਿਅਕਤੀ ਨੂੰ ਪੇਮੈਂਟ ਕੀਤੀ ਹੈ ਜਿਸ ਦਾ ਕਿ ਅਕਾਊਂਟ ਸੈਕਿੰਡ ਬੈਂਕ ਵਿੱਚ ਹੈ, ਤਾਂ ਉਹ ਇਹ 900 ਰੁਪਏ ਦਾ ਚੈੱਕ ਲੈ ਕੇ ਆਪਣੀ ਬੈਂਕ ਵਿੱਚ ਜਮ੍ਹਾਂ ਕਰਾ ਦੇਗਾ। ਅਰਥਾਤ ਇਹ ਸੈਕਿੰਡ ਬੈਂਕ ਦੇ ਕੋਲ ਇੱਕ 900 ਰੁਪਏ ਦਾ ਜਿਹੜਾ ਹੈ ਡਿਪੋਜ਼ਿਟ ਹੋਰ ਆ ਜਾਏਗਾ, ਵੱਧ ਜਾਏਗਾ 900 ਰੁਪਏ ਦੇ ਚੈੱਕ ਦੇ ਰੂਪ ਵਿੱਚ। ਸੋ ਇੱਥੇ ਤਾਂ ਇਹ ਬੈਂਕ ਕੀ ਕਰੇਗੀ, ਇੱਕ ਤਰ੍ਹਾਂ ਦੇ ਨਾਲ ਇਹ 900 ਰੁਪਇਆ ਜੋ ਹੈ ਉਹਦੇ ਵਿੱਚ 10% ਰੱਖ ਕੇ 810 ਰੁਪਏ ਦਾ ਲੋਨ ਕਿਸੇ ਨੂੰ ਦੇ ਦੇਗੀ ਹੋਰ ਵਿਅਕਤੀ ਨੂੰ, ਅਤੇ ਉਹ ਅੱਗੇ ਜਿਸ ਨੂੰ ਪੇਮੈਂਟ ਕਰੇਗਾ ਉਸਦਾ ਅਕਾਊਂਟ ਤੀਸਰੀ ਬੈਂਕ ਵਿੱਚ ਹੈ, ਤਾਂ ਉਹ ਚੈੱਕ ਕੱਟ ਕੇ 810 ਰੁਪਏ ਦਾ ਕਿਸੇ ਵਿਅਕਤੀ ਨੂੰ ਦੇਗਾ ਅਤੇ ਉਹ ਆਪਣੇ ਥਰਡ ਬੈਂਕ ਵਿੱਚ ਜਮ੍ਹਾਂ ਕਰਾ ਦੇਗਾ। ਤਾਂ ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹੇਗੀ ਅਪ ਟੂ nth ਬੈਂਕ। ਸੋ ਉਹੀ ਪ੍ਰੋਸੈਸ ਹੈ, ਵਾਧਾ ਉਹੀ ਹੈ 1000, 900, 810, 700 ਲਾਈਕ ਦਿਸ। ਸੋ ਜਦੋਂ ਪ੍ਰਾਇਮਰੀ ਡਿਪੋਜ਼ਿਟ ਵਿੱਚ 1000 ਦਾ ਵਾਧਾ ਹੋਇਆ, ਟੋਟਲ ਡਿਪੋਜ਼ਿਟ ਵੱਧ ਕੇ 10000 ਹੋ ਗਿਆ ਹੈ, ਜਿਸ ਵਿੱਚ 1000 ਰੁਪਏ ਦੀ ਜੋ ਹੈ ਉਹ ਰਿਕੁਆਇਰਡ ਰਿਜ਼ਰਵ ਦੀ ਰੂਪ ਦੇ ਵਿੱਚ ਰੱਖਿਆ ਗਿਆ ਹੈ ਅਤੇ 9000 ਦੇ ਟੋਟਲ ਸੈਕੰਡਰੀ ਡਿਪੋਜ਼ਿਟ ਜਾਂ ਲੋਨ ਬਣ ਗਏ ਹਨ। ਹੁਣ ਇੱਥੇ ਸਮੱਸਿਆ ਇਹ ਹੈ ਕਿ ਜਦੋਂ ਇਹ ਵਿਅਕਤੀ, ਸਪੋਜ਼ ਕਿ ਜਦੋਂ 1000 ਰੁਪਏ ਦਾ ਕਿਸ ਨੇ ਜਮ੍ਹਾਂ ਕਰਾਇਆ ਹੈ ਅਕਾਊਂਟ ਦੇ ਵਿੱਚ ਪ੍ਰਾਇਮਰੀ ਡਿਪੋਜ਼ਿਟ ਫਸਟ ਬੈਂਕ ਕੋਲ, ਜਦੋਂ ਇਹ ਲੋਨ ਦਿੱਤਾ ਗਿਆ 900 ਰੁਪਏ ਦਾ, ਅਸੀਂ ਇਹ ਮੰਨਦੇ ਹਾਂ ਕਿ ਇਹ ਪੇਮੈਂਟ ਚੈੱਕ ਦੇ ਥਰੂ ਕੀਤੀ ਜਾਏਗੀ। ਪਰ ਇੱਥੇ ਕੋਈ ਕਹਿ ਸਕਦਾ ਹੈ ਕਿ ਜੇ ਇਹ ਵਿਅਕਤੀ ਜਿਸਨੇ M ਨੇ ਕਿਸੇ ਹੋਰ ਵਿਅਕਤੀ ਨੂੰ ਪੇਮੈਂਟ ਕੀਤੀ ਹੈ, 900 ਰੁਪਏ ਦਾ ਚੈੱਕ ਕੱਟ ਕੇ ਦਿੱਤਾ ਹੈ, ਤਾਂ ਉਹ ਇੱਥੇ ਆਪਣੀ ਬੈਂਕ ਵਿੱਚ 900 ਰੁਪਇਆ ਜਮ੍ਹਾਂ ਕਰਾਉਂਦਾ ਹੈ। ਪਰ ਜੇ ਉਹ 900 ਰੁਪਇਆ ਕਢਾਉਣਾ ਚਾਹੇ, ਅਰਥਾਤ ਉਹ ਚੈੱਕ ਕੈਸ਼ ਕਰਾਉਣਾ ਚਾਹੇ, ਦੈਨ ਵਾਟ, ਕਿ ਜੇ ਇਹ 900 ਰੁਪਏ ਉਸਨੇ ਕੈਸ਼ ਇੱਥੋਂ ਕਢਾ ਲਿਆ, ਆਪਣੀ ਬੈਂਕ ਵਿੱਚ ਜਾ ਕੇ ਕੈਸ਼ ਲੈ ਲਿਆ, ਤਾਂ ਇਹ ਅੱਗੇ ਫਿਰ ਪ੍ਰਕਿਰਿਆ ਕਿਸ ਤਰ੍ਹਾਂ ਚੱਲੇਗੀ। ਤਾਂ ਇੱਥੇ ਸਮਝਿਆ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਿਹਾ ਹੈ ਕਿ ਇੱਕੋ ਹੀ ਦਿਨ ਸਾਰੇ ਵਿਅਕਤੀ ਪੈਸਾ ਕਢਾਉਣ ਨਹੀਂ ਆਉਂਦੇ, ਅਰਥਾਤ ਬੈਂਕ ਦੇ ਕੋਲ ਆਪਣੇ ਅਨੁਭਵ ਦੇ ਨਾਲ ਜਾਂ ਜੋ ਉਸਨੂੰ ਕੇਂਦਰੀ ਬੈਂਕ ਦੀਆਂ ਹਦਾਇਤਾਂ ਹਨ, ਪਤਾ ਹੁੰਦਾ ਹੈ ਕਿ ਕਿੰਨੇ ਕੁ ਲੋਕੀ ਪੈਸਾ ਜਮ੍ਹਾਂ ਕਰਾਉਂਦੇ ਹਨ ਅਤੇ ਕਿੰਨਾ ਕੁ ਪੈਸਾ ਕਢਵਾਉਣ ਆਉਂਦੇ ਹਨ। ਸੋ ਇੱਥੇ ਸਮਝਣਾ ਸਿਰਫ ਇਹੀ ਹੈ ਕਿ ਜੋ ਇਹ 900 ਰੁਪਇਆ ਇਸ ਤਰ੍ਹਾਂ ਆਇਆ ਹੈ ਚੈੱਕ ਦੇ ਥਰੂ, ਤਾਂ ਇਹਦਾ ਬੈਂਕ ਨੇ ਇਹ 900 ਕੈਸ਼ ਵਿੱਚ ਨਹੀਂ ਰੱਖਣਾ ਆਪਣੇ ਕੋਲ, ਉਸਨੇ ਸਿਰਫ ਆਪਣੇ ਜੋ ਵੀ ਅਕਾਊਂਟ ਨੇ ਉਹਦੇ ਵਿੱਚ ਇਸ 900 ਦੇ ਅਕੋਰਡਿੰਗ 90 ਰੁਪਏ ਹੀ ਕੈਸ਼ ਵਿੱਚ ਰੱਖਣੇ ਹਨ, ਬਾਕੀ 810 ਲੋਨ ਦੇ ਸਕਦੀ, ਕਿਉਂਕਿ ਹਰ ਰੋਜ਼ ਕੁਛ ਵਿਅਕਤੀ ਬੈਂਕ ਵਿੱਚ ਪੈਸਾ ਜਮ੍ਹਾਂ ਕਰਾਉਣਗੇ, ਕੁਛ ਵਿਅਕਤੀ ਬੈਂਕ ਵਿੱਚੋਂ ਪੈਸਾ ਕਢਵਾਉਣਗੇ। ਤਾਂ ਬੈਂਕ ਦੇ ਕੋਲ ਇੰਨਾ ਕੁ ਪੈਸਾ ਹਮੇਸ਼ਾ ਹੀ ਰਹੇਗਾ ਕਿ ਉਹ ਲੋਨ ਦੇ ਸਕੇ, ਅਤੇ ਜੇ ਕੋਈ ਪੈਸਾ ਕਢਵਾਉਣ ਆਏ ਤਾਂ ਉਹਦੀ ਜ਼ਰੂਰਤ ਵੀ ਪੂਰੀ ਕੀਤੀ ਜਾ ਸਕਦੀ ਹੈ, ਕਿਉਂਕਿ ਔਨ ਐਵਰੇਜ ਕਿ ਉਸਨੇ 10% ਹੀ ਕੈਸ਼ ਰੱਖਣਾ ਹੈ, ਬਾਕੀ ਜਿਹੜਾ ਹੈ ਉਸਨੇ ਲੋਨ ਦੇ ਦੇਣਾ ਹੈ, ਤਾਂ ਕਿ ਜੇ ਕੋਈ ਵਿਅਕਤੀ ਬੈਂਕ ਕੋਲ ਪੈਸਾ ਕਢਾਉਣ ਆਉਂਦਾ ਹੈ ਤਾਂ ਉਹ ਬੈਂਕ ਉਸਦੀ ਜ਼ਰੂਰਤ ਵੀ ਪੂਰੀ ਕਰ ਸਕਦੀ ਹੈ। ਸੋ ਇਸ ਤਰ੍ਹਾਂ ਇਹ ਉਹੀ ਐਗਜ਼ਾਮਪਲ ਹੈ, ਅਤੇ ਉਹਦੇ ਵਿੱਚ ਵੀ ਅਸੀਂ ਇਹੀ ਦੇਖ ਰਹੇ ਹਾਂ ਕਿ ਲਗਾਤਾਰ ਜੋ ਡਿਪੋਜ਼ਿਟ ਵਿੱਚ ਵਾਧਾ ਹੈ ਉਹ ਆਖਰ ਤੱਕ ਘਟਦਾ ਇੱਥੇ ਅੱਗੇ ਹੋਰ ਕੋਈ ਵਾਧਾ ਜਿਹੜਾ ਹੈ ਉਹ ਨਹੀਂ ਹੋਏਗਾ, ਅਤੇ ਇਹ ਪ੍ਰਕਿਰਿਆ ਜਿਹੜੀ ਹੈ ਆਖਰ ਤੱਕ ਟੋਟਲ ਡਿਪੋਜ਼ਿਟ ਜਿਹੜੇ ਉਹੀ ਵੱਧ ਕੇ 10000 ਦੇ ਹੋ ਜਾਣਗੇ 1000 ਤੋਂ, ਅਤੇ ਜਿਹੜੀ ਟੋਟਲ ਇਸ ਦੇ ਵਿੱਚ ਰਿਕੁਆਇਰਡ ਰਿਜ਼ਰਵ ਜੋ 1000 ਰੂਪ ਦੇ ਵਿੱਚ ਰੱਖਿਆ ਜਾਏਗਾ ਰੁਪਏ ਦੇ ਰੂਪ ਵਿੱਚ, ਅਤੇ 9000 ਦੇ ਲੋਨ, ਟੋਟਲ ਡਿਪੋਜ਼ਿਟ ਵੱਧ ਕੇ 1000 + 9000 10,000। ਸੋ ਇਹ ਇਹੀ ਐਗਜ਼ਾਮਪਲ ਹੈ ਜਿਸ ਵਿੱਚ ਅਸੀਂ ਬਹੁਤ ਬੈਂਕਿੰਗ ਪ੍ਰਣਾਲੀ ਜਿਹੜੀ ਹੈ ਉਹ ਦੇਖ ਰਹੇ ਹਾਂ। So this is how we can understand the process of credit creation in case of single banking and multiple banking system, ਕਿ एकल ਬੈਂਕਿੰਗ ਪ੍ਰਣਾਲੀ ਅਤੇ ਬਹੁ ਬੈਂਕ ਪ੍ਰਣਾਲੀ ਵਿੱਚ ਅਸੀਂ
ਜੋ ਸਾਖ ਨਿਰਮਾਣ ਦੀ ਪ੍ਰਕਿਰਿਆ ਹੈ ਉਸਨੂੰ ਇਸ ਐਗਜ਼ਾਮਪਲ ਦੇ ਨਾਲ ਸਮਝ ਸਕਦੇ ਹਾਂ। ਸੋ ਇਹ ਦਿਸ ਇਜ਼ ਆਲ ਅਬਾਊਟ the process of credit creation in a single and multiple banking system. Thank you.